हाँ जी, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਆਪ ਜੀ ਨੂੰ ਫੋਲੋ ਕਰ ਰਿਹਾ ਜਦੋਂ ਤੋਂ ਆਪ ਜੀ ਨੇ ਸੈਮੀਨਾਰ ਇੰਡੀਆ ਦੇ ਵਿੱਚ ਸ਼ੁਰੂ ਕੀਤੇ ਸੀ ਤਦ ਤੋਂ ਵੈਲਕਮ। ਆਪ ਜੀ ਮੈਨੂੰ ਯਾਦ ਹੈ ਕਿ ਸ਼ੁਰੂ 'ਚ ਇੱਕ ਗੱਲ ਸੁਣਾਉਂਦੇ ਸੀ ਕਿ ਬੱਚਾ ਮੂੰਹ 'ਚ ਅੰਗੂਠਾ ਪਾਉਂਦਾ ਹੈ ਤੇ ਉਹਦੀ ਮੰਮੀ ਨੇ ਨਾ ਉਹਦੀ ਨਿੱਕਰ ਢਿੱਲੀ ਸੀ ਦਿੱਤੀ ਤੇ ਉਹ ਸੋਲਿਊਸ਼ਨ ਨਹੀਂ ਹੈ ਕਦੇ ਵੀ ਕਿ ਨਿੱਕਰ ਢਿੱਲੀ ਸੀ ਨਾ ਕਿ ਅੰਗੂਠਾ ਨਹੀਂ ਪਾਏਗਾ। ਉਸੇ ਤਰ੍ਹਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ ਓਫੋ ਦੀ, ਓਫੋ ਦੇ ਵਿੱਚ ਅਗਰ ਮੈਂ ਆਪਣੇ ਮਾਂ-ਬਾਪ ਜਾਂ ਆਪਣੇ ਵਾਸਤੇ ਮੈਂ ਕਹਿੰਦਾ ਕਿ ਅਸੀਂ ਇਹੋ ਜਿਹਾ ਇੱਕ ਘਰ ਬਣਾ ਦਿੰਦੇ ਹਾਂ ਜਿਹਦੇ 'ਚ ਬੱਚੇ ਵੀ ਨਾਲ ਉਹਨਾਂ ਦੇ ਰਹਿਣਗੇ ਅਤੇ ਜਦ ਮੈਂ ਆਪਣੇ ਮਾਂ-ਪਿਓ ਨੂੰ ਜਾਂ ਆਪਣੇ ਕਿਸੇ ਪੜੋਸੀ ਬਜ਼ੁਰਗ ਨੂੰ ਉੱਥੇ ਛੱਡ ਕੇ ਆਵਾਂਗਾ ਕਿ ਮੇਰਾ ਬੱਚਾ ਮੈਨੂੰ ਨਹੀਂ ਦੇਖ ਰਿਹਾ, ਮੇਰਾ ਬੱਚਾ ਵੀ ਤਾਂ ਮੈਨੂੰ ਉੱਥੇ ਛੱਡਣ ਵਾਸਤੇ ਤਿਆਰ ਬੈਠਾ ਹੈ, ਕੱਲ੍ਹ ਨੂੰ ਓਫੋ ਛੱਡ ਆਏਗਾ। ਓਫੋ ਸੋਲਿਊਸ਼ਨ ਮੈਨੂੰ ਕੰਪਲੀਟ ਸੋਲਿਊਸ਼ਨ ਨਹੀਂ ਲੱਗਾ। ਸੌਰੀ ਆਈ ਡਿਸਐਗਰੀ। ਫਰਮਾਇਆ ਤਾਂ ਹੀ ਤੇ ਉਹਦਾ ਨਾਮ ਓਫੋ ਰੱਖਿਆ। ਅਮਨ ਨੇ ਇੱਕ ਪੁਆਇੰਟ ਡਿਸਕਸ ਕੀਤਾ ਸੀ ਕਿ ਅਗਰ ਸੜਕ ਤੇ ਇੱਕ ਬੁੱਢੀ ਮਾਂ ਖੜੀ ਹੈ, ਜੇ ਮੈਂ ਇਹ ਸਮਝਾਂ ਕਿ ਕਾਰ ਆ ਜਾਏਗੀ, ਇਹ ਕਾਰ ਦੇ ਨਾਲ ਇਹ ਬੁੱਢੀ ਦਾ ਐਕਸੀਡੈਂਟ ਹੋ ਸਕਦਾ ਹੈ ਨਾ। ਪਰ ਜੇ ਮੈਂ ਸੋਚਾਂ ਇਹਦੀ ਬਾਂਹ ਇਹਦਾ ਪੁੱਤਰ ਹੀ ਆ ਕੇ ਬਚਾਏਗਾ ਜਾਂ ਮੈਨੂੰ ਉਸ ਵੇਲੇ ਬਚਾ ਲੈਣੀ ਚਾਹੀਦੀ ਹੈ, ਮੈਨੂੰ ਬਚਾਉਣੀ ਚਾਹੀਦੀ ਹੈ। ਉਹ ਜਿਹੜੀ ਮੈਨੂੰ ਬਚਾਉਣੀ ਚਾਹੀਦੀ ਹੈ ਨਾ, ਉਹ ਵਾਲੀ ਵਿਕਟਿਮਸ ਦੀ ਗੱਲ ਚੱਲ ਰਹੀ ਹੈ। ਉਹ ਜਿਹੜੇ ਵਿਕਟਿਮ ਅੱਜ ਬਣੇ ਹੋਏ ਨੇ, ਅਸੀਂ ਲਿਵਿੰਗ ਟ੍ਰੈਜਰੀ 'ਚ ਅਸੀਂ ਕੀ ਕਰ ਰਹੇ ਹਾਂ? ਅਸੀਂ ਜੀਵਨ ਜਾਚ ਦਾ ਖਜ਼ਾਨਾ ਸਿੱਖ ਰਹੇ ਹਾਂ। ਲਿਵਿੰਗ ਟ੍ਰੈਜਰੀ 'ਚ ਅਸੀਂ ਸਿੱਖ ਰਹੇ ਹਾਂ ਆਪਸ ਵਿੱਚ ਹਾਰਮਨੀ ਕਿਵੇਂ ਕਰੀਏ। ਲਿਵਿੰਗ ਟ੍ਰੈਜਰੀ 'ਚ ਅਸੀਂ ਸਿੱਖ ਰਹੇ ਹਾਂ ਕਿ ਪਿਆਰ ਕੀ ਹੁੰਦਾ ਹੈ। ਲਿਵਿੰਗ ਟ੍ਰੈਜਰੀ 'ਚ ਸਿੱਖ ਰਹੇ ਹਾਂ ਵਾਰਮਥ ਕੀ ਹੁੰਦੀ ਹੈ। ਅਸੀਂ 26 ਸਾਲਾਂ ਤੋਂ ਜਾਂ 23 ਸਾਲਾਂ ਤੋਂ ਇਹ ਸਭ ਕੁਝ ਕਰ ਰਹੇ ਹਾਂ। ਜਿਨ੍ਹਾਂ ਦਾ ਘਰ ਸੁਧਰ ਗਿਆ ਉਹ ਤੇ ਮੰਮੀ ਪਾਪਾ ਸੁਖੀ ਨੇ, ਪਰ ਉਹ ਜਿਹੜੀ ਸੜਕ ਤੇ ਐਕਸੀਡੈਂਟ ਨਾਲ ਮਰਨ ਵਾਲੀ ਹੈ ਉਹਦੇ ਬਾਰੇ ਓਫੋ ਖੋਲਿਆ ਗਿਆ। ਮਗਰ ਲਿਵਿੰਗ ਟ੍ਰੇਜ਼ਰ ਜਿਸ ਦਿਨ ਸ਼ੁਰੂ ਹੋਇਆ ਸੀ ਵੀਰ ਜੀ, ਮੈਂ ਤੁਹਾਡੇ ਨਾਲ ਐਸੇ ਲਈ ਬਹੁਤ ਇੰਸਪਾਇਰਡ ਰਹਿਣਾ ਔਰ ਜੁੜਿਆ ਹੋਇਆ ਕਿ ਲਿਵਿੰਗ ਟ੍ਰੇਜ਼ਰ ਸਿਰਫ ਇੰਸਟੈਂਟ ਸੋਲਿਊਸ਼ਨ ਨਹੀਂ ਦੇਖ ਰਿਹਾ। ਲਿਵਿੰਗ ਟ੍ਰੇਜ਼ਰ ਦੇਖ ਰਿਹਾ ਕਿ ਅੱਜ ਤੋਂ 10 ਸਾਲ ਬਾਅਦ ਜਾਂ 20 ਸਾਲ ਬਾਅਦ ਮੈਂ ਅੱਛੀ ਸੁਸਾਇਟੀ ਕਿਵੇਂ ਬਣਾ ਲਵਾਂਗਾ। ਹਾਂਜੀ, ਮੈਂ ਅੱਜ ਉੱਤੇ ਸਿਰਫ ਕੰਮ ਨਹੀਂ ਕਰ ਰਿਹਾ ਸੀ। ਠੀਕ ਹੈ, ਜਿਸ ਦਿਨ ਤੁਸੀਂ ਅਸੀਂ ਆਪਣੇ ਸੈਮੀਨਾਰ 'ਚ ਅਲਟੀਮੇਟਲੀ ਤੇ ਇਹੀ ਜਗਾਵਾਂਗੇ ਨਾ ਕਿ ਪਿਆਰ ਕਰੋ, ਮੰਮੀ ਪਾਪਾ ਨਾਲ ਇੰਨਾ ਕਰੋ, ਇਹੀ ਜਗਾਵਾਂਗੇ। ਹਾਂਜੀ। ਲੇਕਿਨ ਐਟ ਪ੍ਰੈਜ਼ੈਂਟ ਜਿਹੜੇ ਰੂਲ ਰਹੇ ਨੇ, ਉਹ ਸੜਕ ਤੇ ਜਿਹਦਾ ਐਕਸੀਡੈਂਟ ਹੋਣ ਵਾਲਾ ਹੈ, ਸਿਰਫ ਉਹਦੇ ਸੋਲੂਸ਼ਨ ਦੀ ਗੱਲ ਚੱਲ ਰਹੀ ਹੈ। ਜਿਹੜੇ ਜਿਸ ਤਰ੍ਹਾਂ ਮੈਂ ਵਰਮਾ ਜੀ ਦੀ ਗੱਲ ਕੀਤੀ, ਸਲੂਜਾ ਜੀ ਦੀ ਕੀਤੀ। ਸਲੂਜਾ ਜੀ ਲੱਕੀ ਨੇ ਆਪਣੀ ਮਾਂ ਨਾਲ ਰਹਿੰਦੇ ਨੇ, ਇਹਦੇ ਵਿੱਚ ਕ੍ਰੈਡਿਟ ਇਹਨਾਂ ਦੀ ਵੋਟੀ ਨੂੰ ਜਾਂਦਾ ਹੈ। ਅਸੀਂ ਦੋਨੋਂ ਭਰਾ ਅਮਰੀਕਾ ਇਕੱਠੇ ਰਹਿੰਦੇ ਹਾਂ, ਮੇਰੀ ਮਾਂ ਨਾਲ ਰਹਿੰਦੀ ਸੀ, ਇਹਦਾ ਕ੍ਰੈਡਿਟ ਮੇਰੀ ਵੋਟੀ ਨੂੰ ਔਰ ਮੇਰੇ ਭਰਾ ਦੀ ਵੋਟੀ ਨੂੰ ਜਾਂਦਾ ਹੈ ਨਾ। ਬਿਲਕੁਲ ਸਹੀ ਗੱਲ। ਇੰਝ ਹੀ ਵਰਮਾ ਜੀ ਦੇ ਘਰ ਸੁੱਖ ਹੈ, ਇਹਨਾਂ ਦਾ ਕ੍ਰੈਡਿਟ ਇਹਨਾਂ ਦੀ ਬੇਟੇ ਔਰ ਬਹੂ ਨੂੰ ਜਾਂਦਾ ਹੈ ਨਾ। ਜਿਹੜੇ ਇਹ ਪਿਆਰ ਵਾਲੇ ਘਰ ਨੇ, ਇਹ ਤਾਂ ਸਾਡਾ ਪਹਿਲਾ ਕਲਚਰ ਸੀ, ਇਸ ਕਲਚਰ ਦੇ ਵਾਸਤੇ ਹੀ ਕੰਮ ਕਰਨਾ ਚਾਹੀਦਾ ਹੈ। ਪਰ ਜਿਨ੍ਹਾਂ ਦੇ ਨਾਲ ਮਿਸਬਿਹੇਵ ਹੋ ਰਿਹਾ ਹੈ, ਉਸ ਦੀ ਬਾਹ ਫੜੀਏ ਕਿ ਨਾ ਫੜੀਏ। ਬਿਲਕੁਲ ਸਹੀ ਕਹਿ ਰਹੇ ਹੋ। ਜਿਹੜੇ ਪਿਆਰ ਸਿੱਖ ਜਾਣਗੇ ਉਹ ਓਫੋ ਨੂੰ ਦੇਖ ਕੇ ਆਪਣੀ ਮਾਂ ਨੂੰ ਓਫੋ ਛੋੜਾਂਗੇ। ਸਹੀ ਹੈ ਸਰ? ਨੋ ਥੈਂਕ ਯੂ। ਮਗਰ ਇਹਦਾ ਇੱਕ ਜਿਵੇਂ ਅਸੀਂ ਗੌਰਮੈਂਟ ਪਾਲਿਸੀਜ਼ ਵਾਈਜ਼ ਗੱਲ ਕਰ ਰਹੇ ਸੀ, ਗੌਰਮੈਂਟ ਪਾਲਿਸੀਜ਼ ਪਿੱਛੇ ਹਾਲਾਂਕਿ ਗੌਰਮੈਂਟ ਨੇ ਲਾਗੂ ਕੀਤੀਆਂ ਕਿ ਦੇ ਵਰਕਡ ਔਨ ਦਾ ਪੈਨਸ਼ਨ ਪਲਾਨਸ, ਕਿ ਪੈਨਸ਼ਨ ਵਿੱਚ ਜੋ ਇੱਕ ਲਮਸਮ ਮਨੀ ਪਾ ਦੇਗਾ ਪਰਸਨ, ਉਹਨੂੰ ਵਿਡਰੋ ਹੀ ਨਹੀਂ ਕਰ ਪਾਏਗਾ। FDs ਦੇ ਹੈਵ ਫਲੈਕਸੀਬਿਲਿਟੀ ਕਿ ਉਹਨੂੰ ਵਿਡਰੋ ਕਰ ਸਕਦਾ ਹੈ। ਅਤੇ ਅਗਰ ਬੱਚਾ ਗਿਆ ਜੀ ਮੈਨੂੰ ਅੱਜ ਬਿਜ਼ਨਸ ਵਾਸਤੇ ਪੈਸਾ ਚਾਹੀਦਾ ਅਤੇ FD ਤੁੜਵਾ ਦਿਓ, ਉਹ ਤੁੜਵਾ ਦਿੰਦੇ ਨੇ। ਬਟ ਅਗਰ ਉਹ ਪੈਨਸ਼ਨ ਪਲਾਨ ਵਿੱਚ ਉਹ ਪੈਸਾ ਉਹਨੂੰ ਪਤਾ ਹੈ, ਮੈਨੂੰ ਮੂਵੀ ਦਾ ਨਾਮ ਯਾਦ ਨਹੀਂ ਆ ਰਿਹਾ, ਰਾਜੇਸ਼ ਖੰਨਾ ਦੀ ਇੱਕ ਮੂਵੀ ਆਈ ਸੀ ਜਿਹਦੇ ਸੰਦੂਕ ਥੱਲੇ ਪਿਆ ਹੁੰਦਾ ਹੈ, ਹਾਲਾਂਕਿ ਉਸ ਸੰਦੂਕ ਜਾਂ ਅਵਤਾਰ, ਸੰਦੂਕ ਦੇ ਵਿੱਚ ਅਸਥੀਆਂ ਹੁੰਦੀਆਂ ਨੇ, ਬਟ ਜਦ ਤੱਕ ਸੰਦੂਕ ਥੱਲੇ ਸੀ ਨਾ, ਨੂੰਹ ਤੇ ਬੇਟਾ ਸਭ ਸੇਵਾ ਕਰ ਰਹੇ ਸੀ ਕਿ ਉਹਨੂੰ ਉਮੀਦ ਸੀ ਕਿ ਇਹ ਸੰਦੂਕ ਮੈਨੂੰ ਮਿਲੇਗਾ। ਬਾਵਰਚੀ, ਸੌਰੀ ਆਈ ਫੋਰਗੇਟ ਦਾ ਨੇਮ, ਬਟ ਉਸ ਮੂਵੀ ਦੇ ਵਿੱਚ ਜਦ ਤੱਕ ਸੰਦੂਕ ਥੱਲੇ ਸੀ ਨਾ, ਇੱਥੇ ਅਗਰ ਅਸੀਂ ਆਪਣੀ ਜਨਰੇਸ਼ਨ ਨੂੰ ਐਜੂਕੇਟ ਕਰ ਪਾਈਏ ਕਿ ਉਹ ਸੰਦੂਕ ਆਪਣੇ ਥੱਲੇ ਰੱਖਣ ਔਰ ਉਹ ਸੰਦੂਕ ਦੇ ਨਾਲ ਉਹਨਾਂ ਨੂੰ ਰੈਗੂਲਰ ਇਨਕਮ ਆਉਂਦੀ ਰਹੇ, ਕਿਉਂਕਿ ਪੈਸਾ ਆ ਰਿਹਾ ਤੇ ਆਪੇ ਹੀ ਬੱਚੇ ਕੇਅਰ ਕਰਨਗੇ। ਨਾ ਇਹ ਭੁਲੇਖਾ ਬਸ ਨਹੀਂ, ਫਿਰ ਉਹ ਆਪਣੀ ਨਸ ਰੱਖ ਪਾਏਗਾ ਨਾ। ਨਹੀਂ, ਉਹ ਹਿਡਨ ਚੋਰੀ ਹੈ, ਉਹ ਹਿਡਨ जुल्म है। बच्चे मेरी इज्जत इसलिए कर रहे हैं क्योंकि चाबियां मेरे हाथ में हैं। बच्चे मेरी इज्जत इसलिए कर रहे हैं
कि मेरा पति तो मर गया है पर मेरे पास लाखों करोड़ों वहाँ बैंक में पड़े हुए हैं और ये मेरे 3 बेटे हैं और ये और इनकी बहुएं, ये सब ग्रैंड चिल्ड्रन समेत मेरे को मत्था टेकने आते हैं क्योंकि इनकी नीयत सिर्फ ये है, तो गड़बड़ हो जाएगी। ਨਹੀਂ ਮੈਂ ਵੀਰ ਜੀ ਬਿਲਕੁਲ ਐਗਰੀਡ ਹਾਂ ਕਿ ਅਸੀਂ ਆਉਣ ਵਾਲਾ ਸਮਾਜ ਅੱਛਾ ਬਣਾਉਣਾ ਹੈ ਔਰ ਅਸੀਂ ਉਹਦੇ ਉੱਤੇ ਹੀ ਕੰਮ ਕਰ ਰਹੇ ਹਾਂ, ਬਟ ਔਨ ਅ ਸੇਫਰ ਸਾਈਡ ਅਗਰ ਇਹ ਵਾਲਾ ਸੋਲੂਸ਼ਨ ਵੀ ਰੱਖਿਆ ਜਾਂਦਾ ਹੈ ਉਸ ਨਹੀਂ ਉਹ ਦੀ ਲੋੜ ਨਹੀਂ ਪਏਗੀ। ਤੁਸੀਂ ਆਪਣਾ ਨਾਮ ਬੋਲੋ। ਹਰਪ੍ਰੀਤ ਸਿੰਘ। ਵੀਰ ਜੀ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਇਹ ਐਕਸੀਡੈਂਟ ਵੀ ਹੋ ਸਕਦਾ ਹੈ, ਕਿ ਇਹ ਰੋਂਗ ਸੋਲੂਸ਼ਨ ਵੀ ਹੋ ਸਕਦਾ ਹੈ ओफो, पर मैं ना ही ਉਹਦਾ ओफो ਤਾਂ ਰੱਖਿਆ ਕਿ ਬੜੀ ਮਜਬੂਰੀ से ये कहना पड़ रहा है। ਪਰ ਜੇ ਅਸੀਂ ਮੰਦਿਰ ਮਸਜਿਦ ਗੁਰਦੁਆਰੇ ਤੋਂ ਪੁਰਾਣੇ ਵਾਲਾ ਕਲਚਰ ਲਿਆਉਣ ਵਾਸਤੇ ਪੰਡਤ ਕਾਜ਼ੀ ਮੁੱਲਾ ਤੋਂ ਲੈ ਕੇ ਭਾਈ ਸਾਹਿਬ ਤੋਂ ਲੈ ਕੇ ਪ੍ਰਬੰਧਕਾਂ ਤੋਂ ਲੈ ਕੇ ਇੱਕ ਸਿਸਟਮ ਕ੍ਰੀਏਟ ਕਰ ਸਕੀਏ ਤਾਂ ਆਸਤਾ ਆਸਤਾ ओफो ਬੰਦ ਹੋ ਜਾਏਗਾ। ਤਾਂ ਬੰਦ ਹੋ ਜਾਣਾ ਚਾਹੀਦਾ। ਅਸੀਂ ओफो ਨਾ ਹੀ ਕਿਉਂ ਰੱਖਿਆ, ਬਾਈ ਡਿਫਾਲਟ ਕਰਨਾ ਪੜ ਰਹਾ ਹੈ। ਅੱਛਾ ਤੁਸੀਂ ਦੇਖਣਾ, ਤੁਸੀਂ ਬੜੇ ਸਾਰੇ ਪ੍ਰੋਗਰਾਮਾਂ 'ਚ ਸੁਣਿਆ ਕਿ ਸਾਡੇ ਘਰਾਂ ਦੇ ਵਿਚਕਾਰ ਮੈਕਸਿਮਮ ਜਿਹੜੇ ਰੂਲ ਰਹੇ ਨੇ ਨਾ ਪੁੱਤਰਾਂ ਵਾਲੇ ਰੂਲ ਰਹੇ ਨੇ। ਐਮ ਆਈ ਰਾਈਟ? ਅੱਛਾ ਧੀਆਂ ਵਾਲੇ ਨਹੀਂ ਰੂਲ ਰਹੇ ਨੇ। ਧੀ ਭਾਵੇਂ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਫਿਰ ਵੀ ਮਾਂ ਪਿਓ ਦਾ ਧਿਆਨ ਰੱਖਦੀ ਹੈ। ਮਗਰ ਇੱਥੇ ਇਹੀ ਕੁਐਸਚਨ ਮੈਂ ਤੁਹਾਡੇ ਕੋਲ ਇਹ ਵੀ ਕੁਐਸਚਨ ਪੁੱਛਣਾ ਸੀ, ਜਿਹੜੀ ਗੱਲ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਧੀ ਜਿਹਦੇ ਘਰ ਹੁੰਦੀ ਉਹ ਰੁਲਦਾ ਨਹੀਂ ਹੈ, ਤਾਂ ਅਸੀਂ ਇਸ ਕਲਚਰ ਨੂੰ ਉਠਾਉਣਾ ਚਾਹੁੰਦੇ ਹਾਂ। ਅਸੀਂ ਬਹੂ ਦੇ ਵਿੱਚ ਉਹ ਧੀ ਕਿਉਂ ਨਹੀਂ ਹੁੰਦੀ, ਉਹ ਬਹੂ ਧੀ ਬਣ ਕੇ ਕਿਉਂ ਨਹੀਂ ਰਹਿੰਦੀ ਜਿਹੜੇ ਨਵੇਂ ਘਰ ਵਿੱਚ ਆਉਂਦੀ? ਅਸੀਂ ਉਹਦੀ ਸਟੱਡੀ ਕਰਾਉਣਾ ਚਾਹੁੰਦੇ ਹਾਂ ਮੰਦਿਰ ਮਸਜਿਦ ਗੁਰਦੁਆਰੇ ਤੋਂ ਸਕੂਲ ਕਾਲਜ ਤੋਂ, ਕਿ ਤੂੰ ਇਹਨਾਂ ਦੇ ਨਾਲ ਮਿਸਬਿਹੇਵ ਕਿਉਂ ਕਰਦੀ ਹੈ। ਜਿਵੇਂ ਬਿਲਕੁਲ ਤੁਸੀਂ ਇਹੀ ਸਹੀ ਗੱਲ ਕਹਿ ਰਹੇ ਹੋ ਕਿ ਜਦ ਉਹ ਆਪਣੇ ਮਾਪਿਓ ਪ੍ਰਤੀ ਬਹੁਤ ਸੁਚੇਤ ਰਹਿੰਦੀ ਹੈ, ਇਵਨ ਕਿ ਅਗਰ ਜਿੱਥੇ ਵਿਆਹ ਕੇ ਜਾਂਦੀ ਹੈ ਉਹ ਹਸਬੈਂਡ ਵੀ ਦੇਖ ਰਿਹਾ ਹੁੰਦਾ ਹੈ, ਨਹੀਂ ਅਗਰ ਇਨ ਲਾਜ਼ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਉਹ ਸਪੋਰਟ ਕਰਨ ਨੂੰ ਤਿਆਰ ਹੈ। ਜਿਹੜੀ ਲੇਡੀਜ਼ ਹੈ ਉਹ ਉੱਥੇ ਕਿਉਂ ਨਹੀਂ ਸਮਝਦੀ ਕਿ ਉਹ ਮਾਪਿਓ ਵੀ ਮੇਰੇ ਹੀ ਮਾਪਿਓ ਨੇ? ਹਾਂ ਪਰ ਤੁਸੀਂ ਔਰ ਮੈਂ ਉਹ ਲੇਡੀ ਨਹੀਂ ਹਾਂ, ਉਹ ਵਾਲੀ ਬਹੂ ਨਹੀਂ ਹਾਂ ਜਿਸ ਬਹੂ ਦੇ ਕਾਰਨ ਘਰ ਘਰ ਮੁਸੀਬਤ ਪਈ ਹੋਈ ਹੈ। ਸਾਡੇ ਕੋਲ ਫਿਰ ਬੜੇ ਸਾਰੇ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਨੇ ਲੇਡੀਜ਼, ਉਹ ਇੰਜੈਕਟ ਹੋਣ ਤੇ ਉਹ ਇਹ ਕਰਕੇ ਦਿਖਾਣ ਸਾਨੂੰ। ਜਿਵੇਂ ਉਹ ਵੀਰ ਜੀ ਨੇ ਇੱਕ ਐਗਜ਼ਾਮਪਲ ਦਿੱਤਾ ਸੀ ਹੁਣੇ ਕਿ ਉਹ ਬੱਚੇ ਵਾਲਾ ਇੰਜੈਕਟ ਉਹਨਾਂ ਨੇ ਆਪ ਕਰਾਇਆ ਔਰ ਉਹਦੇ ਉੱਤੇ ਕੰਮ ਕੀਤਾ। ਤੇ ਕੁਝ ਲੇਡੀਜ਼ ਸਾਡੇ ਚੋਂ ਅਗਰ ਇਸ ਦੇ ਉੱਤੇ ਤਿਆਰ ਹੋਣ ਕਿ ਅਸੀਂ ਪਲੀਜ਼ ਇਹਦੇ ਸੋਲੂਸ਼ਨ ਤੇ ਪਹੁੰਚ ਪਾਈਏ, that is one of the very good solution। ਕੋਈ ਲੇਡੀਜ਼ ਵੋਲੰਟੀਅਰ ਕਰਕੇ ਅਗਰ ਇਸ ਵਾਸਤੇ ਤਿਆਰ ਹੋਣ ਕਿ ਅਸੀਂ ਇਹ ਲੱਭ ਪਾਈਏ ਕਿ ਉਹ ਲੇਡੀਜ਼ ਉੱਥੇ ਜਾ ਕੇ ਧੀ ਵਾਲਾ ਰੋਲ ਕਿਉਂ ਨਹੀਂ ਨਿਭਾ ਪਾਉਂਦੀ। ਬਹੁਤ ਅੱਛੇ, ਵਾਹ, ਥੈਂਕ ਯੂ। ਥੈਂਕ ਯੂ ਸਰ। ਵੈਲਕਮ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਤੁਸੀਂ ਕਹਿ ਤੇ ਰਹੇ ਹੋ ਕਿ ਠੀਕ ਹੈ ਪੇਰੈਂਟਸ ਮਤਲਬ ਪਰੇਸ਼ਾਨ ਹੈ। ਮੈਂ ਤੇ ਜਦੋਂ ਇੱਥੇ ਇੰਡੀਆ ਤੋਂ ਬਾਹਰ ਗਈ ਕੈਨੇਡਾ ਤੇ ਵਾਕਈ 'ਚ ਮੈਂ ਦੇਖਿਆ, ਮੈਂ ਆਪਣੇ ਬੇਟੇ ਨੂੰ ਕਿਹਾ, ਮੈਂ ਕਿਹਾ ਗੁਰਦੁਆਰੇ ਲੈ ਜਾ ਮੈਨੂੰ। ਉਹ ਮੈਨੂੰ ਗੁਰਦੁਆਰੇ ਲੈ ਗਿਆ ਤੇ ਮੈਂ ਥੋੜ੍ਹੀ ਦੇਰ ਗੁਰਦੁਆਰੇ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੀ, ਦੁਪਹਿਰ ਦਾ ਟਾਈਮ ਸੀ। ਫਿਰ ਮੈਂ ਸੋਚਿਆ ਦੇਖਾਂ ਬਾਹਰ ਇੱਧਰ ਕੀ ਹੈਗਾ, ਨਵਾਂ ਗਈ ਸੀ ਮੈਂ ਕੈਨੇਡਾ ਤੇ ਮੈਂ ਬੈਕ ਸਾਈਡ ਤੇ ਦੇਖਿਆ ਤੇ ਉੱਥੇ ਲੇਡੀਜ਼ ਕਾਫੀ ਸਾਰੀ ਲੰਗਰ ਬਣਾ ਰਹੀਆਂ ਸੀ, ਕੋਈ ਪਿਆਜ਼ ਕੱਟ ਰਿਹਾ ਸੀ ਕੁਛ ਹੈ। ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਬੈਠ ਗਈ ਤੇ ਲੰਗਰ ਕੱਢਦੇ ਪਿਆਜ਼ ਕੱਢਦੀਆਂ ਮੈਂ ਸੀ ਤੇ ਮੈਂ ਸੋਚਿਆ ਪਿਆਜ਼ਾਂ ਦਾ ਆਂਸੂ ਆ ਰਹੇ ਨੇ ਤੇ ਦੇਖਿਆ ਰੋ ਰਹੀਆਂ ਸੀ, ਕਾਫੀ ਸਾਰੀ ਓਲਡ ਲੇਡੀ ਸੀ। ਫਿਰ ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਪੁੱਛ ਲਿਆ, ਮੈਂ ਕਿਹਾ ਤੁਸੀਂ ਕਿਉਂ ਇੰਨੇ ਪਰੇਸ਼ਾਨ ਹੋ ਸਾਰੇ ਜਾਣੇ? ਕਹਿੰਦੇ ਨੇ ਅਸੀਂ ਸਾਰੀ ਦੁਪਹਿਰ ਇੱਥੇ ਆਉਂਦੇ ਹਾਂ, ਦੁਪਹਿਰ ਇੱਥੇ ਕੱਟਦੇ ਹਾਂ, ਸਾਡੇ ਕੋਲ ਸਾਰਾ ਦਿਨ ਘਰ ਕੋਈ ਕੰਮ ਨਹੀਂ ਹੁੰਦਾ ਔਰ ਅਸੀਂ ਇੱਥੇ ਆ ਕੇ ਬੱਚੇ ਸਾਡੇ ਨੌਕਰੀਆਂ 'ਤੇ ਚਲੇ ਜਾਂਦੇ ਨੇ, ਇੱਥੇ ਆ ਕੇ ਅਸੀਂ ਬੜੇ ਪਰੇਸ਼ਾਨ ਹੋਏ ਪਏ ਹਾਂ। ਲੇਕਿਨ ਮੈਂ ਕਿਹਾ ਫਿਰ ਤੁਸੀਂ ਆਏ ਕਿਉਂ? ਹਾਂ ਤੇ ਕਹਿੰਦੇ ਅਸੀਂ ਰਹਿ ਨਹੀਂ ਸਕਦੇ, ਅਸੀਂ ਪਿੰਡਾਂ ਤੋਂ ਆਏ ਹਾਂ, ਅਸੀਂ ਰਹਿ ਨਹੀਂ ਸਕਦੇ ਆਪਣੇ ਬੱਚਿਆਂ ਬਿਨਾਂ। ਇੱਥੇ ਆਉਂਦੇ ਹਾਂ ਤੇ ਸਾਨੂੰ ਆਪਣੇ ਪਿੰਡਾਂ ਦੀ ਯਾਦ ਆਉਂਦੀ ਹੈ, ਪਿੰਡਾਂ 'ਚ ਰਹਿੰਦੇ ਹਾਂ ਤੇ ਸਾਨੂੰ ਬੱਚਿਆਂ ਦੀ ਯਾਦ ਆਉਂਦੀ ਹੈ ਤੇ ਅਸੀਂ ਬੜੇ ਪਰੇਸ਼ਾਨ ਹਾਂ। ਮੈਂ ਘਰ ਆਈ ਤਾਂ ਆਪਣੇ ਬੇਟੇ ਨਾਲ ਮੈਂ ਸ਼ੇਅਰਿੰਗ ਕੀਤੀ, मैं क्या बच्चे ਇੱਥੇ ਤੇ ਲੋग बहुत परेशान ने। कहते मम्मा आप क्या सोचते हो कि मैं भी ऐसे होऊंगा? मैं क्या नहीं ऐसा तो नहीं। 2 दिन में इत्तेफाक नाल मैं गिर गई। 2 दिन बाद तो मेरे बच्चे ने मेरी इन्नी सेवा की और मैं क्या बेटा तू कित्थों सीखा सब? कहना मम्मा आपको पता नहीं, बचपन से आप मुझे वीर भूपिंदर सिंह जी के पास ले जाते थे और हमारे घर का माहौल ऐसा था। मेरे मामा जी और मेरे मामी जी अपनी मम्मी पापा की इतनी सेवा करते थे, वो चीज़ें मैंने देखी हुई हैं मम्मा। मैं ऐसा नहीं करूँगा आपके साथ। इतना डर के गिर गए कि आप? मैं क्या नहीं बेटा मैं गिर गई, मैं वो लेडीज़ को देख के मैं ना रोई। 2 दिन मैं रोटी नहीं खाती उत्थे कि इन्नियां परेशान हो कि कहंदियां ना असीं की करिए। मतलब मैं भी सोचा कि बच्चियां बिना नहीं रहा जाता,
ਪਰ ਜੇ ਬੱਚੇ ਮਤਲਬ ਉੱਥੇ ਨਹੀਂ ਧਿਆਨ ਦਿੰਦੇ ਤੇ ਉਹ ਵਿਚਾਰੀਆਂ ਮਾਵਾਂ ਜਾਣ ਕਿੱਥੇ। ਤੁਸੀਂ ਕਿੰਨਾ ਚਿਰ ਰਹੇ ਮੈਂ ਕੈਨੇਡਾ? 1.5 ਹਫ਼ਤਾ ਰਹੀ ਹਾਂ ਉੱਥੇ, ਲੇਕਿਨ ਮੈਂ ਸੱਚ ਦੱਸ ਨਹੀਂ ਸਕਦੀ ਹਾਂ। 6 ਹਫ਼ਤੇ। ਤੁਸੀਂ 6 ਹਫ਼ਤੇ ਰਹੇ ਨਾ ਛੇ। ਕੈਨੇਡਾ। ਮੈਨੂੰ ਅਮਰੀਕਾ ਕੈਨੇਡਾ 35 ਸਾਲ ਹੋ ਗਏ ਨੇ। ਮੈਂ ਉਹ ਬਜ਼ੁਰਗ ਮੰਮੀ ਪਾਪਾ ਨੂੰ ਓਲਡ ਪੀਪਲ ਹੋਮ ਤੋਂ ਇਲਾਵਾ ਉਹ ਸਵੇਰੇ ਉਹਨਾਂ ਦੇ ਬੇਟਾ ਬੇਟੀ ਜਾਂ ਨੂੰਹ ਪੁੱਤਰ 8 ਵਜੇ ਉਹਨਾਂ ਨੂੰ ਡਿਪਾਰਟਮੈਂਟ ਸਟੋਰ ਦੇ ਬਾਹਰ ਬਿਠਾ ਜਾਂਦੇ ਨੇ। ਉਹਨਾਂ ਨੂੰ ਅਖਬਾਰ ਔਰ ਮੈਗਜ਼ੀਨ ਦੀ ਕਟਿੰਗ ਕੱਟ ਕੇ ਦੇ ਜਾਂਦੇ ਨੇ ਕਿ ਫੂਡ ਫ੍ਰੀ ਕਹਾਂ ਸੇ ਮਿਲता है। ਵਾਹਿਗੁਰੂ। ਔਰ ਉਹ ਸਾਰਾ ਦਿਨ ਜਿੱਥੇ ਬਾਹਰ ਫੈਸ਼ਨ ਦਾ ਬੁੱਤ ਟੰਗਿਆ ਹੁੰਦਾ ਨਾ, ਉਸ ਪਲੇਟਫਾਰਮ ਤੇ ਉਹ ਸਾਰੇ ਬੁੱਢਾ ਬੁੱਢੀ ਬੈਠੇ ਰਹਿੰਦੇ ਨੇ ਸਾਰਾ ਦਿਨ। ਔਰ ਉਸ ਤੋਂ ਬਾਅਦ ਕੀ ਹੁੰਦਾ ਹੈ, ਉਹ ਕੂਪਨ ਲੈ ਕੇ ਅੰਦਰ ਜਾਂਦੇ ਨੇ ਕਿ ਕਬ ਉਹ ਫੂਡ ਖੁੱਲੇਗਾ ਤਾਂ ਹਮ ਖਾएंगे। ਫਿਰ ਸ਼ਾਮੀ ਉਹਨਾਂ ਦਾ ਨੂੰਹ ਪੁੱਤਰ ਸ਼ਾਮੀ 8 ਵਜੇ ਉਹਨਾਂ ਨੂੰ ਲੈਣ ਆਉਂਦੇ ਨੇ। ਵਾਹਿਗੁਰੂ। ਕੀ ਕਰੀਏ? ਦੇਖੋ ਵੀਰ ਜੀ, ਮੈਂ ਤੇ ਬਹੁਤ ਧੰਨਵਾਦ ਤੁਹਾਡਾ ਕਰਦਾ। ਮੇਰੇ ਬੇਟੇ ਨੇ ਜਦੋਂ ਕਿਹਾ, ਤੁਹਾਡੇ ਪੁੱਤਰ ਨੇ ਤੁਹਾਡੇ ਨਾਲ ਇਹ ਵਾਲਾ ਬਿਹੇਵੀਅਰ ਕੀਤਾ ਨਾ, ਵਾਹਿਗੁਰੂ, ਮੇਰਾ ਉਹਨੂੰ ਸਲਾਮ ਹੈ। ਮੈਂ ਸੱਚੀ ਕਹਿ ਰਹੀ ਹਾਂ। ਪਰ ਮੈਂ ਤੁਹਾਡਾ ਧੰਨਵਾਦੀ ਹਾਂ ਜੋ ਤੁਸੀਂ ਆ ਕੇ ਸ਼ੇਅਰਿੰਗ ਕੀਤੀ। ਆਪਣੇ ਬੇਟੇ ਨੂੰ ਕਹਿਣਾ ਤੂੰ ਜੇ ਇੰਜ ਕਰ ਰਿਹਾ ਨਾ ਆਪਣੀ ਮਾਂ ਨਾਲ, ਸਾਡਾ ਲਿਵਿੰਗ ਟ੍ਰੇਜਰ ਕਾਮਯਾਬ ਹੋ ਗਿਆ। हमारा 35 साल की मेहनत कर रहा है, कामयाब हो गया। मेरा बेटा कहता मम्मा मैंने बचपन से सुना है ना, मैं कैसे कर सकता हूँ आपके साथ। मतलब वो अफोर्ड भी नहीं कर सकता सी। रोज़ उन्हें 12-12 घंटे नर्स रखी मेरे पास। उत्थे नर्स कितनी औखी है, कितनी औखी है। आज भी बेचारा इतना परेशान है कि मैं इतना कर्जा ले लिया, कह रहा मम्मा पर मैंने आपको ठीक करके भेजना है कि मैंने वीर भूपिंदर सिंह जी का प्रोग्राम सुना हुआ है, मैं ऐसे नहीं कर सकता। वाह, सच्ची मैं बहुत धन्यवाद ਤੁਹਾਡਾ ਕਰਦੀ ਹਾਂ। ਸਾਡਾ ਕਾਮਯਾਬ ਹੋ ਗਿਆ ਜੀ, ਕਾਮਯਾਬ ਹੋ ਗਿਆ ਸਤਵੰਤ ਜੀ। ਤੁਹਾਡੇ ਕਾਰਨ ਆਈ ਹਾਂ। ਥੈਂਕਸ। ਬੇਟੇ ਨੂੰ ਜ਼ਰੂਰ ਪਿਆਰ ਦੇਣਾ। ਥੈਂਕ ਯੂ ਜੀ। ਸੋ ਜਿਹੜੇ ਵੀਰ ਜੀ ਮੇਰੇ ਨਾਲ ਹੁਣੇ ਡਿਸਕਸ ਕਰ ਰਹੇ ਸੀ, ਕੀ ਨਾਂ ਸੀ? ਹਰਪ੍ਰੀਤ ਸਿੰਘ ਜੀ। ਅਸੀਂ ਉਹੋ ਬੜੇ ਦੁੱਖ ਦੇ ਨਾਲ ਕਹਿ ਰਹੇ ਹਾਂ, ਵੈਸੇ ਤਾਂ ਘਰਾਂ ਵਿੱਚ ਸਤਵੰਤ ਦੇ ਬੇਟੇ ਵਾਂਗੂ ਹੀ ਪਿਆਰ ਕਰਨਾ ਚਾਹੀਦਾ ਹੈ। ਪਰ ਜੇ ਮਾਵਾਂ ਡਿਸਕਸ ਕਰਨ ਕਿ ਬੇਟਾ ਫालतू ਖਰਚਾ ਨਹੀਂ ਕਰਨਾ ਚਾਹੀਦਾ ਔਰ ਨੂੰ ਪੁੱਤਰ ਮਾਂ ਨੂੰ ਸ਼ਟ ਅਪ ਕਰਾ ਦੇਣ। ਜੇ ਮਾਂ ਕਵੇ ਬੇਟਾ ਵਿਆਹ ਸ਼ਾਦੀ ਤੇ ਇਤਨੇ ਦਿਖਾਵੇ ਨਾ ਕਰੋ, ਉਹ ਸ਼ਟ ਅਪ ਕਰਾ ਦੇਣ। ਜੇ ਮਾਂ ਕਵੇ ਵਿਆਹ ਸ਼ਾਦੀ ਤੇ ਸ਼ਰਾਬ ਨਾ ਵਰਤਾਨਾ, ਉਹ ਸ਼ਟ ਅਪ ਕਰਾ ਦੇਣ। ਤਾਂ ਉਸ ਵੇਲੇ ਕੁਝ ਸੋਚਣਾ ਪਏਗਾ ਨਾ ਕਿ ਇਹ ਕਿਹੜੀ ਪਰਵਰਿਸ਼ ਹੋਈ ਹੈ ਔਰ ਕਿਹੜੀ ਅਮੀਰੀ ਔਰ ਕਿਹੜਾ ਦਿਖਾਵਾ ਕੀਤਾ ਜਾ ਰਿਹਾ ਔਰ ਇਹ ਕਿਹੜੇ ਵਾਲਾ ਸਮਾਜ ਬਣਾਉਣਾ ਚਾਹੁੰਦੇ ਨੇ ਜੀ। ਹਾਂ ਵੀਰ ਜੀ, ਮੈਂ ਤੁਹਾਡੇ ਕੋਲੋਂ ਇੱਕ ਜਾਣਕਾਰੀ ਲੈਣਾ ਚਾਹੁੰਦਾ ਕਿ ਜਦੋਂ ਤੁਸੀਂ 1992 ਜਾਂ 93 ਸ਼ੁਰੂ ਕੀਤਾ ਹੋਣਾ, 96 ਤੇ ਹੁਣ 2019 ਕਰੀਬ 25 ਸਾਲ ਜਾਂ 26 ਸਾਲ ਲੈ ਲਓ, ਹਾਂਜੀ, ਸਮਾਜ 'ਚ ਬਦਲਾਅ ਆਇਆ ਕਿ ਨਹੀਂ? ਇਹ ਸਤਵੰਤ ਨੇ ਦੱਸਿਆ ਨਾ, ਆਇਆ ਨਾ। ਅੱਛਾ, ਆਇਆ ਤੇ ਉਸ ਹਿਸਾਬ ਨਾਲ ਸਾਨੂੰ ਸੋਚ ਦੇ ਵਿੱਚ ਬਦਲਾਅ ਲਿਆਉਣਾ ਚਾਹੀਦਾ ਕਿ ਨਹੀਂ? ਮੈਂ ਧੱਕੇ ਨਾਲ ਤੇ ਨਹੀਂ ਕਿਸੇ ਦਾ ਬਦਲਾਵ ਕਰਾ ਨਹੀਂ, ਹੁਣ ਦੇਖੋ ਨਾ ਕਿ ਅਸੀਂ ਜਿਹੜਾ ਸਿਸਟਮ ਹੈ ਸਾਡੇ ਹਿੰਦੁਸਤਾਨ 'ਚ, ਔਰ ਤੁਸੀਂ ਬਾਹਰ ਰਹੇ ਹੋ, ਅਮਰੀਕਾ ਵੀ ਰਹੇ ਹੋ, ਹੋਰ ਵੀ ਦੇਸ਼ਾਂ 'ਚ ਘੁੰਮੇ ਹੋ, ਸਾਡਾ ਜਿਹੜਾ ਬੱਚਿਆਂ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਸਾਰੀ ਆਖਰੀ ਉਮਰ ਤੱਕ ਉਹਨਾਂ ਨੂੰ ਗਲੇ ਲਾਉਣਾ ਚਾਹੁੰਦੇ ਹਾਂ। ਜਦ ਕਿ ਦੂਸਰੇ ਮੁਲਕਾਂ 'ਚ 18 ਸਾਲ ਦਾ ਕੋਈ ਬੱਚਾ ਹੁੰਦਾ ਹੈ ਨਾ, ਉਹਨੂੰ ਕਹਿੰਦੇ ਨੇ ਬੇਟਾ ਯਾਦ ਹੈ ਤੂੰ ਕੁਝ ਕਮਾਈ ਕਰਕੇ ਲਿਆ ਜਾਂ ਆਪਣਾ ਪ੍ਰਬੰਧ ਆਪ ਕਰ ਜੀ। ਤੇ ਉਸ ਸਿਸਟਮ ਦੇ ਨਾਲ ਕੀ ਕੋਈ ਉਹ 'ਚ ਨੁਕਸਾਨ ਹੈ ਉੱਥੋਂ ਦੇ ਸਮਾਜ ਵਾਸਤੇ? ਕੋਈ ਸਮਾਜ ਉਹਦਾ ਬਹੁਤ ਨੁਕਸਾਨ ਹੈ। ਉਹ ਕੈਪੀਟਲਿਜ਼ਮ ਦੀ ਗੇਮ ਹੈ, ਉਹਦੇ ਨਾਲ ਬੜੀ ਤੇਰ ਮੇਰ ਦੀ ਗੇਮ ਸ਼ੁਰੂ ਹੁੰਦੀ ਹੈ। ਪਤੀ ਪਤਨੀ ਆਪਸ ਵਿੱਚ ਜਦੋਂ ਉਸ ਸਿਸਟਮ ਵਿੱਚ ਰਹਿੰਦੇ ਨੇ ਨਾ, ਤਾਂ ਪਤੀ ਪਤਨੀ ਨੂੰ ਕਹਿੰਦਾ ਹੈ ਲੈਟ ਮੀ ਟਰੀਟ ਯੂ, ਤਾਂ ਪਤਨੀ ਕਹਿੰਦੀ ਕੀ ਟਰੀਟ ਕਰਨਾ। ਮੈਂ ਕਹਿੰਦਾ ਕਿ 18 ਸਾਲ ਦੇ ਬੱਚੇ ਨੂੰ ਜਦ ਤੁਸੀਂ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ ਕਹਿੰਦੇ ਹੋ ਉਹਨੂੰ, ਉਹਦੇ 'ਚ ਕੀ ਨੁਕਸਾਨ ਹੋ ਸਕਦਾ? ਨਹੀਂ, ਕੋਈ ਨੁਕਸਾਨ ਨਹੀਂ ਹੈ। ਤੁਸੀਂ ਆਪ ਆਪਣੀ, ਮੈਂ ਕਹਿੰਦਾ ਬਹੁਤ ਨੁਕਸਾਨ ਹੈ। ਅਗਰ ਇੰਡੀਅਨ ਲੋਕ ਜਿਹੜੇ ਅਮਰੀਕਾ ਕੈਨੇਡਾ 'ਚ ਪਿੱਛੇ ਪਹੁੰਚ ਗਏ, ਉਹ ਕਿਸ ਕਰਕੇ ਗਏ? ਉਹ ਕਿਉਂਕਿ ਪੜ੍ਹਾਈਆਂ ਕਰਕੇ ਗਏ। ਇਹ ਜੋ ਸੁਜੈਸਸ਼ਨ ਦੇ ਰਹੇ ਹਨ, ਉਹਦੇ ਨਾਲ ਕੀ ਹੋਏਗਾ? ਲੜਕਾ ਜਾ ਕੇ ਥੋੜ੍ਹਾ ਜਿਹਾ ਪੜ੍ਹ ਕੇ ਪੈਰਾਗਿਰੀ ਕਰ ਲਏਗਾ, ਪਤਾ ਨਹੀਂ ਪੜੇਗਾ। ਨਹੀਂ, ਇਹ ਪਾਪਾ ਜੀ ਜੋ ਕਹਿ ਰਹੇ ਨੇ ਮੈਨੂੰ ਇਹ ਸਮਝ ਆਇਆ। ਇਹ ਕਹਿ ਰਹੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਨਿਠੱਲਾ ਬਣਾ ਕੇ ਲੱਖਾਂ ਕਰੋੜਾਂ ਉਹਨਾਂ ਦੇ ਹੱਥ ਨਹੀਂ ਫੜਾਉਣੇ ਚਾਹੀਦੇ ਨੇ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ 18 ਸਾਲ ਵਾਲੇ ਬੱਚੇ ਨੂੰ ਕਹੀਏ ਕਿ ਤੂੰ ਵੀ ਕਮਾ ਕੇ ਲਿਆ। ਉਹ ਸਿਰਫ ਪਿਤਾ ਪੁਰਖੀ ਦੀ ਕਮਾਈ ਤੇ ਬੈਠ ਜਾਏਗਾ ਤਾਂ ਫਿਰ ਉਹ ਸਾਡੇ ਤੇ ਰੋਪ ਚਾੜੇਗਾ ਨਾ। ਲੇਕਿਨ ਉਹ ਏਜ ਜਿਹੜੀ ਹੈ, ਉਹ ਏਜ ਉਹਨਾਂ ਨੂੰ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਹੈ। ਹਾਂ, ਨਹੀਂ, ਜਦੋਂ ਕਹਿ ਰਹੇ ਤੂੰ ਘਰੋਂ ਚਲੇ ਜਾ। ਨਾ, ਨਹੀਂ,
ਯੂ ਆਰ ਰਾਈਟ, ਘਰੋਂ ਜਾਣ ਦੀ ਨਹੀਂ ਗੱਲ ਚੱਲ ਰਹੀ। ਸਰ ਜੀ, ਵਰਮਾ ਜੀ, ਜੋ ਪਾਪਾ ਜੀ ਕਹਿ ਰਿਹਾ ਮੈਨੂੰ ਉਹ ਵਾਲਾ ਇਮੋਸ਼ਨ ਸਮਝ ਆਇਆ। ਇਹ ਆਪਣੇ ਵੱਲੋਂ ਇਹ ਕਹਿਣ ਦਾ ਯਤਨ ਕਰ ਰਹੇ ਨੇ ਸਾਨੂੰ ਬੱਚੇ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਵਾਸਤੇ ਉਹਨੂੰ ਕਹਿਣਾ ਚਾਹੀਦਾ ਹੈ ਕਿ ਤੂੰ ਵੀ ਮਿਹਨਤ ਮੁਸ਼ੱਕਤ ਦੀ ਕਮਾਈ ਕਰਨੀ ਹੈ। ਨਹੀਂ ਫਰਜ਼ ਕਰੋ ਜੇ ਐਜੂਕੇਸ਼ਨ ਦਾ ਅਸੀਂ ਜ਼ਿਆਦਾ ਵੀ ਦੇ ਦਿੰਦੇ ਹਾਂ, ਜ਼ਿਆਦਾ ਪੜ੍ਹਾ ਵੀ ਲੈਂਦੇ ਹਾਂ, ਤੇ ਜੇਕਰ ਐਜੂਕੇਸ਼ਨ ਦਾ ਮਤਲਬ ਤਾਂ ਇਹ ਵੀ ਕਿ ਗਿਆਨ ਲੈਣਾ, ਚੀਜ਼ ਨੂੰ ਸਮਝਣਾ ਔਰ ਅਕੋਰਡਿੰਗ ਟੂ ਆਪਣੇ ਲਾਈਫ 'ਚ ਉਹਨੂੰ ਐਕਟ ਕਰਨਾ ਹੈ ਜੀ। ਮਕਸਦ ਤਾਂ ਇਹ ਵੇ ਨਾ ਜੇ ਵੱਡੀਆਂ ਉੱਚੀਆਂ ਡਿਗਰੀਆਂ ਦਿਲਾ ਕੇ ਵੀ ਆਪਣੇ ਪੈਸੇ ਦੇ ਬਲ 'ਤੇ ਉੱਚੀਆਂ ਯੂਨੀਵਰਸਿਟੀਆਂ 'ਚ ਪਾ ਕੇ ਉਹਨੂੰ ਜੇ ਲਾਇਕ ਇਸ ਤਰ੍ਹਾਂ ਬਣਾ ਦਿੰਦੇ ਤਾਂ ਉਹ ਕੀ ਸਮਾਜ ਵਾਸਤੇ ਕੀ ਫਾਇਦਾ ਦੇਗਾ ਜੀ। ਸਾਡੇ ਸਿਸਟਮ ਨੂੰ ਸਾਨੂੰ ਵੀ ਸੋਚਣਾ ਪਏਗਾ। ਸਾਡਾ ਜਿਹੜਾ ਸਿਸਟਮ ਹੈ, ਮਾਂ ਪਿਓ ਦਾ ਇੰਨਾ ਜਿਹੜਾ ਲਾਡ ਪਿਆਰ ਹੈ, ਉਹਦਾ ਰਿਜ਼ਲਟ ਅਖੀਰ 'ਤੇ ਤੁਸੀਂ ਦੱਸਿਆ ਹੀ ਹੈ ਕੀ ਹੁੰਦਾ ਕਿ ਇੰਨਾ ਅਸੀਂ ਉਹਨਾਂ ਨੂੰ ਲਾਡ ਪਿਆਰ ਇੰਨਾ ਕਰਕੇ ਬੱਚਿਆਂ ਨੂੰ ਹਰ ਤਕਲੀਫ ਨੂੰ ਉਹਦੀ ਕਹਿੰਦੇ ਹਾਂ ਕਿ ਬਈ ਉਹਨੂੰ ਤਕਲੀਫ ਨਾ ਹੋਵੇ। ਅਸੀਂ ਅੱਜ ਸੋਲੂਸ਼ਨ ਹੀ ਆਈ ਸਿੱਖ ਰਹੇ ਹਾਂ ਕਿ ਮੰਮੀ ਪਾਪਾ ਰੁਲਣੇ ਨਹੀਂ ਚਾਹੀਦੇ, ਨਹੀਂ ਰੁਲਣੇ ਚਾਹੀਦੇ। ਇਹਦੇ ਵਾਸਤੇ ਸਾਨੂੰ ਪੁੱਤਰ ਦੀ ਪਰਵਰਿਸ਼ ਕਰਨ ਵੇਲੇ ਉਹਨੂੰ ਇਹ ਪੁਆਇੰਟ ਦਾ ਖਾਸ ਧਿਆਨ ਕਰਾਉਣਾ, ਕਿਉਂਕਿ ਸਿਸਟਮ ਹੈ ਅੱਜ ਜਿਹੜਾ ਪਿਓ ਹੈ ਉਹ ਕਦੀ ਬੇਟਾ ਵੀ ਹੈ ਸੀ ਜੀ, ਉਸਨੇ ਵੀ ਆਪਣੇ ਮਾਂ ਪਿਓ ਨੇ ਇਸ ਤਰ੍ਹਾਂ ਹੀ ਕੀਤਾ ਹੋਣਾ। ਅੱਛਾ, ਆਉਣ ਵਾਲੇ ਜਿਹੜੇ ਬੱਚੇ ਨੇ ਉਹ ਵੀ ਇਸ ਤਰ੍ਹਾਂ ਹੀ ਕਰਨਗੇ ਤੇ ਸਿਸਟਮ ਤੇ ਚੱਲਦਾ ਰਹੇਗਾ। ਲੇਕਿਨ ਸਾਨੂੰ ਸੋਲੂਸ਼ਨ ਤੇ ਲੱਭਣਾ ਪਏਗਾ ਨਾ। ਥੈਂਕ ਯੂ ਮੁੱਖ ਚੀਜ਼ ਤੇ ਸੋਲੂਸ਼ਨ ਬਾਰੇ ਇਸ ਬਾਰੇ ਦੱਸੋ, ਕਿਉਂਕਿ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਹਰ ਚੀਜ਼ ਇਹਦਾ ਪਾਪਾ ਜੀ ਇੱਕ ਸੈਮੀਨਾਰ ਕਰਾਂਗੇ ਕਿ ਪੁੱਤਰਾਂ ਦੇ ਫਰਜ਼ ਕੀ ਹੁੰਦੇ ਨੇ, ਇੱਕ ਸੈਮੀਨਾਰ ਕਰਾਂਗੇ ਪੁੱਤਰਾਂ ਦੇ ਨਹੀਂ। ਹੁਣ ਮੈਂ ਕਹਾਂ ਕਿ ਬਈ ਤੁਸੀਂ ਬੇਟੀਆਂ ਦਾ ਵੀ ਗੱਲ ਕੀਤੀ ਹੈ, ਹਾਂ ਇਹ ਅਲੱਗ ਅਲੱਗ ਕਰਾਂਗੇ ਤੇ ਫਿਰ ਉਸ ਹਿਸਾਬ ਨਾਲ ਤੇ ਸਿਸਟਮ ਬਣਨਾ ਚਾਹੀਦਾ ਹੈ ਕਿ ਜਿਹੜੀ ਬਹੂ ਜਿਹੜੀ ਹੈ ਕਿ ਨਹੀਂ ਬੇਟੇ ਦੇ ਘਰ ਆਉਂਦੀ ਹੈ, ਬੇਟਾ ਬਹੂ ਦੇ ਘਰ ਚਲਾ ਜਾਏ ਸ਼ਾਦੀ ਤੋਂ ਬਾਅਦ। ਥੈਂਕ ਯੂ ਹੈ तो वो भी तो एक सिस्टम है। तो हर ਉਹਦੇ ਵਿੱਚ ਤੁਹਾਨੂੰ ਦੇਖ ਲਓ ਕਿ ਮਾਂ ਪਿਓ ਨੂੰ ਪਰੇਸ਼ਾਨੀ ਘੱਟ ਹੋਏਗੀ ਕਿਉਂਕਿ ਬੇਟੀ ਦੇ ਕੋਲ ਰਹਿ ਥੈਂਕਸ ਫॉर ਸ਼ੇਅਰਿੰਗ। ਮੇਰਾ ਟਾਈਮ ਹੋ ਗਿਆ, ਥੈਂਕ ਯੂ। ਹਾਲ 8 ਵਜੇ ਖਾਲੀ ਕਰਨਾ ਸੀ। ਆਓ ਜੀ ਲਾਸਟ ਕੁਐਸਚਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੇਅਰਿੰਗ ਸੀ ਜਿੱਦਾਂ ਕਰੋ। ਜਿੱਦਾਂ ਤੁਸੀਂ ਬੋਲਿਆ ਕਿ ਪੇਰੈਂਟਸ ਬੱਚੇ ਨੂੰ ਮੰਦਿਰ ਲੈ ਕੇ ਜਾਂਦੇ ਆ ਤਾਂ ਉੱਥੇ ਉਹਨਾਂ ਦੇ ਦਾਦਾ ਜੀ ਨੂੰ ਮਤਲਬ ਛੋੜ ਕੇ ਆ ਜਾਂਦੇ ਆ। ਥੋੜਾ ਜਿਹਾ ਉੱਚਾ ਬੋਲੋ ਜਾਂ ਮਾਈਕ ਇਹਦਾ ਠੀਕ ਕਰੋ। ਜਿੱਦਾਂ ਕਿ ਇਹਨਾਂ ਨੇ ਸ਼ੇਅਰ ਕੀਤਾ ਕਿ ਪੇਰੈਂਟਸ ਬੱਚੇ ਨੂੰ ਮੰਦਿਰ ਲੈ ਜਾਂਦੇ ਹੈ ਤਾਂ ਦਾਦਾ ਜੀ ਨੂੰ ਮਤਲਬ ਛੋੜ ਕੇ ਆ ਜਾਂਦੇ ਹੈ। ਤਾਂ ਮੈਂ ਵੀ ਇੱਕ ਚੀਜ਼ ਸ਼ੇਅਰ ਕਰਨੀ ਸੀ ਕਿ ਇੱਕ ਮਾਂ ਆਪਣੇ ਬੱਚੇ ਨੂੰ ਬੋਲਦੀ ਹੈ ਕਿ ਜਾਓ ਉੱਪਰ ਦਾਦਾ ਜੀ ਨੂੰ ਬੁਲਾਓ, ਤਾਂ ਦਾਦਾ ਜੀ ਨੂੰ ਪਰਮਿਸ਼ਨ ਇੰਨੀ ਕੁ ਹੁੰਦੀ ਹੈ ਕਿ ਅਗਰ ਤੁਹਾਨੂੰ ਰੋਟੀ ਮੰਗਣੀ ਹੈ ਤਾਂ ਤੁਸੀਂ ਪਲੇਟ ਔਰ ਚਮਚ ਵਜਾ ਦੇਣਾ ਹੈ, ਬਸ ਉਦੋਂ ਤੁਹਾਨੂੰ ਰੋਟੀ ਮਿਲ ਜਾਏਗੀ। तो बच्चा बोलता ठीक है, तो बोलते ठीक है नूरानी मैं जदों रोटी खानी है मैं प्लेट वजा दांगा चम्मच नाल। तो इतने च उन्होंने शामी प्लेट वजाई तो बच्चा प्लेट ले आंदा रोटी वास्ते। तो मम्मी कहती प्लेट दे दो और चम्मच दे दो ताकि मैं दादा जी नू रोटी दे दा। तो बोलता नहीं तुसी दूजी प्लेट चम्मच लो मैं नहीं दांगा। तो बोलते कि नहीं तुहानू ये देनी पेगी। तो बोलते नहीं असी ये नहीं दांगे तुसी दूसरी दो। कि बेटा क्यों? कहते क्योंकि ए प्लेट चम्मच मैं साम के रखनी है कि तुहाडे काम भी आएगी। ओ माय गॉड, ओ माय गॉड। तो मेरे कहने का मतलब है कि अगर असी ਨੂੰਹਾਂ बन गया तो मतलब है नहीं कि असी माँ बाप भूल जाइए। जो पैदा कर देंगे वो तो माँ बाप होंगे, लेकिन जो असल माँ बाप होंगे साढ़े आई होंगे जो सानू गिफ्ट राही अपना बेटा देंगे ताकि असी अगों उन्होंने भी ऐसा गिफ्ट दईए कि असी उन्होंने परवरिश अच्छी तरह करिए, क्योंकि बच्चा बूढ़ा एक समान होंगे। वाह 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 वाह, थैंक यू, थैंक्स फॉर शेयरिंग। हाँ जी आओ जी। जग्गी जी, वर्मा जी और सलूजा जी ਤੁਹਾਡੇ ਸਮੇਤ ਸਾਰੀ ਸੰਗਤ ਦਾ ਮੈਂ ਧੰਨਵਾਦੀ ਹਾਂ। ਤੁਸੀਂ 3.5 ਘੰਟੇ ਸਾਡੇ ਨਾਲ ਇਹ ਸਫ਼ਰ ਤੈਅ ਕੀਤਾ ਔਰ ਸਾਡਾ ਸਹਿਯੋਗ ਦਿੱਤਾ, ਕਿਉਂਕਿ ਅਸੀਂ ਸਮਾਜ ਵਿੱਚ ਇੱਕ ਚੇਂਜ ਲਿਆਉਣਾ ਚਾਹੁੰਦੇ ਹਾਂ। ਉਹਦੇ ਵਾਸਤੇ ਸਾਡਾ ਟੌਪਿਕ ਬੜਾ ਨਾਜ਼ੁਕ ਹੈ। हाँ जी अपना नाम बोलो। मेरा नाम है जी रजिंदर सिंह ਚੱਡਾ जी। हाँ जी रजिंदर सिंह जी, ਤੁਸੀਂ ਕੀ ਸਾਂਝ ਕਰਨਾ ਚਾਹੁੰਦੇ ਹੋ? ਬੇਨਤੀ ਇਹ ਵੀ ਕਿ ਸਮੇਂ ਦੀ ਜਿਹੜੀ ਉਹ ਬੜੀ ਘਾਟ ਹੈ, ਕਿਉਂਕਿ ਪਿੱਛੇ ਮਹਿੰਦਰਪਾਲ ਜੀ ਨੇ ਮੇਰੇ ਉੱਤੇ ਅੰਕੁਸ਼ ਲਾਇਆ ਕਿ 1 ਮਿੰਟ ਦੇ ਵਿੱਚ ਹੀ ਕੰਮ ਕਰਨਾ। ਕਰੋ ਜੀ। ਠੀਕ ਹੈ ਜੀ। ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਦਾ ਧੰਨਵਾਦ ਜਿਹੜਾ ਇੱਕ ਸ਼ੇਰ ਦੇ ਵਿੱਚ ਕਹਿਣਾ ਚਾਹਾਂਗਾ। ਜਾਣੇ ਕਿਆ ਬਾਤ ਹੈ ਦੁਨੀਆ ਕੇ ਨਜ਼ਾਰੇ ਖੁਸ਼ हैं। जाने क्या बात है दुनिया के नज़ारे खुश हैं। नज़ारे खुश हैं। बाग में फूल और अर्श पे सितारे खुश हैं। हो बाग में फूल
और अर्श में सितारे खुश हैं। इस खुशी के हसी मौके पर ਜਿਹੜਾ ਤੁਸੀਂ ਟੌਪਿਕ ਰੱਖਿਆ, अच्छा, इस खुशी के हसी मौके पर मैं तो खुश हूँ, आप जितने आए हैं सारे के सारे खुश। हाय हाय हाय, आप जितने आए हैं सारे के सारे खुश। ਹੁਣ ਬੇਨਤੀ ਇਹ ਵੇ ਜੀ ਕਿ ਇਹ ਮਾਪਿਆਂ ਦੇ ਬਾਰੇ ਮੈਂ 2 4 10 ਬੰਦੇ ਜਿਹੜੇ ਮੇਰੇ ਲਿੰਕ 'ਚ ਹੈਗੇ ਸੀ ਉਹਨਾਂ ਨੂੰ ਮੈਸੇਜ ਵੀ ਭੇਜੇ। ਕਈਆਂ ਦੀ ਬਦਨਸੀਬੀ ਹੈ, ਕਈ ਆ ਵੀ ਚੁੱਕੇ ਨੇ ਇੱਥੇ, हाँ ਜਿਨ੍ਹਾਂ ਦੀ ਖੁਸ਼ਨਸੀਬੀ ਉੱਥੇ ਪਹੁੰਚੇ ਵੀ ਨੇ, हाँ ਤੇ ਜਿਨ੍ਹਾਂ ਦੀ ਬਦਨਸੀਬੀ ਉਹ ਕਰ ਬਹਿ ਕੇ ਆਪਣਾ ਪ੍ਰਭੂ ਦੇ ਰੰਗ ਨੇ, ਜੋ ਕੁਛ ਕਰੇ ਸੋ ਪ੍ਰਭ ਕੇ ਰੰਗ। ਇੱਕ ਮੈਂ ਬੇਨਤੀ ਕਰਦੇ ਹਾਂ, ਕੋਈ ਮਾਪੇ ਜਿਹੜੇ ਆਪਣੇ ਬੱਚਿਆਂ ਤੋਂ ਪਰੇਸ਼ਾਨ ਹੈ ਨੇ, ਉਹ ਆਪਣੇ ਬੱਚਿਆਂ ਨੂੰ ਲੈ ਕੇ ਮੇਰੇ ਬੇਟੇ ਕੋਲ ਆ ਜਾਣ ਤੇ ਮੇਰੇ ਖਿਆਲ 'ਚ ਸਾਰਾ ਕੰਮ ਹੋ ਜਾਏਗਾ। अच्छा जी, MP जी मैं एक पॉइंट डिस्कस करांगा, ਮੈਨੂੰ ਯਾਦ ਆ ਗਿਆ। ਜਦੋਂ ਕਦੀ ਕੋਈ ਮਾਪਿਓ ਦੁਖੀ ਹੋਣ, ਉਹਨਾਂ ਨੂੰ ਕੋਈ ਜਦੋਂ ਇੰਡੀਵਿਜੂਅਲ ਬੰਦਾ ਹੈਲਪ ਕਰਦਾ ਹੈ ਤਾਂ ਉਹ ਦੁਖੀ ਮਾਪਿਓ ਦਾ ਜਿਹੜਾ ਬੇਟਾ ਔਰ ਨੂੰਹ ਹੈ ਉਹ ਉਸ 'ਤੇ ਲਾਂਛਨ ਲਗਾਉਂਦੇ ਨੇ, ਉਸ ਨੂੰ ਬੁਰਾ ਭਲਾ ਕਹਿੰਦੇ ਨੇ। ਜੇ ਕੋਈ ਵਿਧਵਾ ਦੀ ਹੈਲਪ ਕਰੇ ਤਾਂ ਉਸ ਇਨਸਾਨ ਦੇ ਉੱਤੇ ਲਾਂਛਨ ਲਗਾਉਂਦੇ ਨੇ। ਇਹਦਾ ਮਤਲਬ ਇਹ ਹੋ ਗਿਆ ਕਿ ਸਾਨੂੰ ਸਾਡੇ ਸਮਾਜ ਵਿੱਚ ਕੋਈ ਸਮਾਜਿਕ ਸਿਸਟਮ, ਕੋਈ ਗਰੁੱਪ ਸਿਸਟਮ, ਕੋਈ ਸੰਸਥਾ ਦਾ ਸਿਸਟਮ ਸ਼ੁਰੂ ਕਰਨਾ ਪਏਗਾ ਤਾਂ ਕਿ ਕੋਈ ਇੱਕ ਵੀ ਮੰਮੀ ਪਾਪਾ, ਬਜ਼ੁਰਗ ਮਾਤਾ ਪਿਤਾ ਜਾਂ ਕੋਈ ਵਿਧਵਾ ਇਸ ਤਰ੍ਹਾਂ ਨਾ ਰੁਲਣ।